ਸਾਰੇ ਵੇਖਣ ਵਾਲੇ ਭੈਣ ਭਰਾਵਾਂ ਨੂੰ ਬਹੁਤ-ਬਹੁਤ ਸਲਾਮ। ਮੈਂ ਬਾਬੂ ਦਾਊਦ ਬਖਸ਼ੀ ਇੱਕ ਨਵੀਂ ਵੀਡੀਓ ਦੇ ਨਾਲ। ਔਰ ਅੱਜ ਅਸੀਂ ਗੱਲ ਕਰਾਂਗੇ। ਇਸ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਹੈ ਕਿ ਲੋਕ ਬਹੁਤ ਸਾਰੇ ਐਕਟਿੰਗ ਕਰਦੇ ਨੇ, ਉਹਦੇ ਵਿੱਚ ਜਿੰਨ ਆ ਜਾਂਦੇ ਨੇ, ਉਹਨਾਂ ਨੂੰ ਤਵੀਜ਼ ਪੈ ਜਾਂਦੇ ਨੇ। ਤੇ ਅੱਜ ਨਾ ਚਾਚੀ ਰੱਖੀ ਦੱਸੇਗੀ ਕਿ ਜਿਹੜੇ ਜਿੰਨ ਕੱਢਣ ਵਾਲੇ ਨੇ, ਜਿਹੜੇ ਤਵੀਜ਼ ਕੱਢਣ ਵਾਲੇ ਨੇ, ਉਹ ਕੀ ਕਰਦੇ ਨੇ ਤੇ ਕਿਸ ਤਰ੍ਹਾਂ ਜਿੰਨ ਨਿਕਲਦੇ ਨੇ। ਹਾਂ ਚਾਚੀ ਰੱਖੀ जरा अपने वेखण वालियां नूं दसो। हाँ ਤਾਂ ਮੈਂ ਤੁਹਾਨੂੰ ਦੱਸਣੀ ਆ, ਜਿਨਵਿਨ ਆਂਦੇ ਤੇ ਜਿਹੜੇ ਆਂਦੇ ਨੇ ਜਿਹੜੇ ਕੱਢਣ ਵਾਲੇ ਨੇ ਉਹ ਵੀ ਬੜੇ ਚਲਾਕ। ਹਾਂ ਮੈਂ ਤੁਹਾਨੂੰ ਦੱਸਾਂ, ਹੁੰਦਾ ਉਹਨਾਂ ਕੋ ਕੱਖ ਨਹੀਂ। ਚਾਚੀ ਸਵਾਰੀ ਹੋ ਕੇ ਬਹਿ ਜਾ। ਹਾਂ ਲੈ ਸਿੱਧੀ ਹੋ ਤੇ ਹੋ ਕੇ ਬੈਠੀਆਂ, ਹੋਰ ਕੀ ਡੀ ਹੋ ਕੇ ਬੈ। ਤੈਨੂੰ ਤਾਂ ਮੇਰੇ ਚ ਮਿਸਟੇਕਾਂ ਹੀ ਨਜ਼ਰ ਆਉਂਦੀਆਂ। ਮੇਰੇ ਨਾਲ ਨਹੀਂ ਕਰਨਾ। ਹਾਂ ਤੁਹਾਨੂੰ ਦੱਸਣ ਲੱਗਿਆ ਤਾਂ ਇੱਕ ਬਾਬਾ ਜੀ ਨਾ ਆ ਗਏ, ਕਹਿੰਦੇ ਨੇ ਸਾਡੇ ਘਰ ਹੀ ਆ ਗਏ। ਤਾਂ ਮੇਰਾ ਦਾਦਾ ਉਦੋਂ ਲੈਬ ਸੀ, ਜ਼ਿੰਦਾ ਸੀ। ਆਹੋ ਤਾਂ ਉਹ ਬੈਠ ਗਏ ਤੇ ਇੰਜ ਸਾਨੂੰ ਕਹਿੰਦਾ ਤਾਰੇ ਚ ਬਹਿ ਜਾਓ ਸਾਰੇ, ਇੰਜ ਨਾ ਬਿਓ। ਤੇ ਮੈਂ ਤੁਹਾਨੂੰ ਤੁਹਾਡੇ ਘਰ ਦੇ ਉੱਤੇ ਤੇ ਬੜਾ ਗਹਿਰਾ ਅਸਰ ਹੈ। ਕਾਹਦਾ ਅਸਰ ਸੀ? ਬੜਾ ਕੋ ਗਹਿਰਾ ਜਿਹਾ ਅਸਰ ਹੈ ਕਿਸੇ ਚੀਜ਼ ਦਾ। ਤਾਂ ਘਰ ਦੀਆਂ ਲੈਂਡੀਆਂ ਜਿਹੜੀਆਂ ਹੁੰਦੀਆਂ ਨਾ ਐਵੇਂ ਹੁੰਦੀਆਂ ਨੇ, ਲਫ਼ਜ਼ ਸਹੀ ਕਰ। ਘਰ ਦੀਆਂ ਜਿਹੜੀਆਂ ਔਰਤਾਂ ਹੁੰਦੀਆਂ ਨੇ ਐਵੇਂ ਹੁੰਦੀਆਂ ਨੇ। ਤਾਂ ਉਹਨਾਂ ਨੂੰ ਸਮਝ ਕੋ ਨਹੀਂ ਹੁੰਦੀ, ਛੇਤੀ ਗੱਲਾਂ 'ਚ ਆਹੋ ਇਹ ਵੀ ਬਿਮਾਰ ਹੈ, ਇਹਨੂੰ ਵੀ ਕੁਝ ਹੋ ਗਿਆ, ਇੰਜ ਵੀ ਹੋ ਗਿਆ। ਤਾਂ ਇੰਜ ਹੀ ਮੇਰੀ ਤਾਈ ਫਸ ਗਈ ਉਹਨਾਂ ਦੇ ਵਿੱਚ। ਤਾਂ ਸਾਰਿਆਂ ਨੂੰ ਸਾਡੇ ਨਾਲ ਨਫਸੀਆਤ ਨਾਲ ਖੇਡਦੇ ਨੇ। ਹਾਂ ਉਹ ਸਾਡੇ ਕੋਲ ਗੱਲਾਂ ਪੁੱਛ ਲੈਂਦੇ ਨੇ ਕਿ ਇਹ ਕੌਣ ਬਿਮਾਰ ਹੈ, ਕੀ ਹੈ। ਉਹਨੇ ਇੰਜ ਕਰਕੇ ਕਰਦੀ। ਦਾਦਾ ਮੇਰਾ ਬੜਾ ਚਲਾਕ, ਉਹ ਬੜਾ ਸਮਝਦਾਰ ਸੀ। ਅੱਛਾ ਉਹਨੇ ਕਿਹਾ ਇਹ ਮੈਂ ਤੁਹਾਨੂੰ ਦੱਸਣਾ, ਮੁਲਤਾਨ ਇੱਥੇ ਇਹ ਬੀਬੀ ਬੈਠੀ ਹੈ ਤੇ ਉਹਨੂੰ ਇਹ ਮਸਲਾ ਹੈ। ਫਿਰ ਉਹਨੇ ਆਖਿਆ ਇੱਕ ਕਰਾਚੀ ਵਿੱਚ ਅੱਜ ਉੱਥੇ ਇਹ ਪਿਆ ਹੁੰਦਾ। ਤਾਂ ਇੰਨੇ ਵਾਕਿਏ ਸੁਣਾਈ ਜਾਏ ਤਾਂ ਸਾਨੂੰ ਦੱਸੀ ਜਾ ਕੇ ਉੱਥੇ ਕੀ ਹੁੰਦਿਆ। ਮੈਂ ਤੁਹਾਨੂੰ ਦੱਸਣਾ ਤੁਹਾਡੇ ਹਮਸਾਇਆ ਚ ਕੀ ਹੁੰਦਿਆ। ਤਾਂ ਇੰਨਾ ਕੁਝ ਆਖੀ ਜਾਏ। ਦਾਦਾ ਮੇਰਾ ਬੜਾ ਸ਼ਾਮ ਉੱਤੋਂ ਟੀਮ ਹੋ ਗਿਆ। ਨੈਟੋ ਦਾ ਡਿਨਰ ਦਾ ਟਾਈਮ ਸੀ। ਡਿਨਰ ਦਾ ਰਾਤ ਦੀ ਰੋਟੀ ਜਿਹੜੀ ਖਾਈ ਦੀਏ। ਇੱਕ ਤਾਂ ਤੈਨੂੰ ਅੰਗਰੇਜ਼ੀ ਦੀ ਮਾਸਾ ਸਮਝ ਨਹੀਂ ਆਉਂਦੀ। ਚਾਚੀ ਤੂੰ ਵੀ ਨਾ ਬੋਲ। ਮੈਂ ਤਾਂ ਬੋਲਾਂਗੀ, ਮੈਂ ਤਾਂ ਪੜ੍ਹੀ ਲਿਖੀ ਆ। ਅੱਛਾ ਤਾਂ ਉਥੋਂ ਅਸੀਂ ਤਾਂ ਸਾਰੇ ਨਾ ਪੜ੍ਹ ਬੈਠੇ ਆ। ਮੈਨੂੰ ਤੇਰਾ ਪਤਾ ਹੈ। ਅੱਛਾ ਜੀ। ਤਾਂ ਉਹ ਰੋਟੀ ਪੱਕੀ ਤਾਂ ਹੁਣ ਅਚਾਨਕ ਤੇ ਆ ਸਾਡੇ ਘਰ ਪੱਕਾ ਸਾਗ। ਤਾਂ ਸਾਗ ਤੇ ਪੱਕਾ ਤੇ ਦਾਦੇ ਨੇ ਕੀ ਕੀਤਾ ਤੇ ਪਕਾਉਣ ਲੱਗੇ। ਕਿਹਾ ਉਹਨੂੰ ਪੁੱਛਿਆ ਕੀ ਬਣਾਇਆ। ਅਸੀਂ ਕਿਹਾ ਦਾਦੇ ਨੇ ਕਹਿ ਦਿੱਤਾ ਸਾਗ ਬਣਾਇਆ। ਕਹਿੰਦਾ ਨਾ ਮੈਂ ਨਾ ਸਾਗ ਸੂਗ ਖਾਂਦਾ। ਤਾਂ ਮੈਨੂੰ ਇੰਜ ਕਰੋ ਦੁੱਧ ਪਾ ਕੇ ਨਾ ਤੇ ਚੀਨੀ ਪਾ ਕੇ ਤਾਂ ਚੌਲ ਲਿਆ ਦਵੋ, ਮੈਂ ਹੀ ਖਾ। ਬੱਕਰੇ ਵੀ ਮੰਗਦੇ ਨੇ ਉਹ ਤੇ ਉਹ ਤਾਂ ਕੜਾਈਆਂ ਵੀ ਮੰਗਦੇ ਨੇ। ਉਹ ਤੈਨੂੰ ਅਗਲੀ ਸਟੋਰੀ ਤਾਂ ਵਿੱਚ ਤੂੰ ਬੋਲਿਆ ਤੂੰ ਦੱਸ। ਤਾਂ ਉਹ ਕੀ ਕੀਤਾ, ਉਹ ਮੇਰਾ ਦਾਦਾ ਬੜਾ ਚਲਾਕ। ਉਹਨੇ ਕੀ ਕੀਤਾ, ਉਹਨੂੰ ਸਾਰੇ ਰੋਟੀ ਦਿੱਤੀ, ਸਾਰੇ ਇਕੱਠੇ ਖਾਣ ਲੱਗੇ, ਬੈਠੇ ਹੋਏ ਸਨ। ਤੇ ਦਾਦੇ ਮੇਰੇ ਨੇ ਪਲੇਟ ਦੇ ਵਿੱਚ ਪਾਈ ਚੀਨੀ, ਉੱਤੇ ਪਾਏ ਚੌਲ ਤੇ ਉਹਨੂੰ ਦੇ ਦਿੱਤਾ, ਪੇਸ਼ ਕਰ ਦਿੱਤਾ ਬਾਬੇ ਜੀਆਂ ਨੂੰ। ਤੇ ਬਾਬੇ ਜੀ ਨੂੰ ਦੇ ਕੇ ਤੇ ਨਾਲ ਦਿੱਤਾ ਦੁੱਧ ਦਾ ਮੱਗਾ। ਤਾਂ ਫੜਾਇਆ ਤੇ ਕਹਿੰਦਾ ਭੈਣਾ ਚੀਨੀ ਤਾਂ ਫੜਾ ਦਵੋ, ਚੀਨੀ ਤੋਂ ਬਗੈਰ ਮੈਥੋਂ ਨਾ ਖਾਧਾ ਜਾਂਦਾ। ਤੇ ਦਾਦਾ ਮੇਰਾ ਉਹਦੇ ਕੋਲ ਹੀ ਬਹਿ ਕੇ ਆ ਤੈਨੂੰ ਇੱਕ ਗੱਲ ਦੱਸ, ਮਲਤਾਨ ਤੋਂ ਕਰਾਚੀਆਂ ਤੋਂ ਸਮਝ ਪਈ ਆਂਦੀ ਕੀ ਹੁੰਦਾ ਤੇ ਤੈਨੂੰ ਇਹਨਾਂ ਨੇ ਪਤਾ ਤੇਰੀ ਪਲੇਟ ਦੇ ਥੱਲੇ ਚੌਲਾਂ ਦੇ ਵਿੱਚ ਮੈਨੂੰ ਨਾ ਸੁੱਟ ਦੀ ਤਾਂ ਕੰਮ ਆ ਤਾਂ ਕਹਿੰਦਾ ਤੈਨੂੰ ਇਹਨਾਂ ਨੇ ਪਤਾ ਤੇਰੀ ਪਲੇਟ ਦੇ ਉੱਤੇ ਤੇ ਚੌਲਾਂ ਦੇ ਥੱਲੇ ਚੀਨੀ ਪਈ ਹੋਈ ਹੈ। ਪਹਿਲਾਂ ਇੱਕ ਮਿੰਟ ਇੱਥੇ ਚੁੱਪ ਕਰ ਜਾ। ਕੀ ਹੋਇਆ? ਪਹਿਲਾਂ ਮੈਨੂੰ ਇਹ ਦੱਸ, ਅਸੀਂ ਬਚਪਨ ਤੋਂ ਨਾ ਇਹ ਕਹਾਣੀ ਸੁਣਦੇ ਆਉਂਦੇ ਆ, ਇਹ ਕਿਹੜੇ ਦਾਦੇ ਦਾ ਵਾਕਿਆ? ਮੇਰੇ ਦਾਦੇ ਦਾ ਵਾਕਿਆ, ਪੱਕੀ ਗੱਲ ਸਾਡੇ ਘਰ ਦੇ ਵਿੱਚ ਹੋਇਆ ਸੀ। ਬੜੇ ਸਾਰੇ ਬਜ਼ੁਰਗਾਂ ਨੇ ਸਾਨੂੰ ਮਿਸਾਲ ਸੁਣਾਈ ਹੈ। ਨਾ ਇਹ ਤਾਂ ਪੱਕੀ ਗੱਲ ਹੈ। ਮੇਰੇ ਦਾਦੇ ਚਾਚੀ ਕਹਾਣੀ ਸੁਣਾਉਣ ਡਈ ਹੈ ਕਿ ਸੱਚਾ ਵਾਕਿਆ? ਨਹੀਂ ਇਹ ਸੱਚੀ ਗੱਲ ਹੈ, ਮੈਂ ਝੂਠਾ ਨਹੀਂ ਬੋਲਦੀ ਕਿਉਂਕਿ ਇਹਦੇ ਨਾਲ ਚੱਲਦਾ, ਤੁਹਾਡੇ ਨਾਲ ਨਹੀਂ ਚੱਲਦਾ ਹੋਇਆ ਮੇਰਾ। ਤਾਂ ਹੈ ਮੇਰੇ ਦਾਦੇ ਦਾ ਵਾਕਿਆ। ਪਿੱਛੇ ਕੁਝ ਸਾਲ ਪਹਿਲਾਂ ਦੀ ਗੱਲ, ਮੇਰੇ ਅੱਬੂ ਬੜੇ ਬਿਮਾਰ ਹੋ ਗਏ। ਭੋਲੇ ਸਾਹਿਬ ਮੇਰੇ ਬਿਮਾਰ ਹੋ ਗਏ। ਤਾਂ ਸਾਡੇ ਘਰ ਆ ਗਿਆ ਇੱਕ, ਕਹਿੰਦਾ ਮੈਂ ਤੇ ਦੁਆ ਕਰਾਂਗਾ ਤੇ ਤੁਹਾਨੂੰ ਸਾਰਾ ਕੁਝ ਦੱਸ ਦਾਂਗਾ। ਤਾਂ ਚਲੋ ਅਸੀਂ ਵੀ ਆਖਿਆ ਦੁਆ ਵਾਲਾ, ਅਸੀਂ ਉਹ ਉਂਝ ਦਾ ਅਸੀਂ ਵੀ ਨਹੀਂ ਬੁਲਾਉਂਦੇ ਹੁੰਦੇ। ਤਾਂ ਉਹਨੂੰ ਬੁਲਾਇਆ ਘਰ ਤੇ ਕਿਹਾ ਚਲੋ ਜੀ ਵੀ ਕਰੋ ਦੁਆ ਸ਼ੁਆ ਤੇ ਸਹੀ ਹੋ ਜਾਣ ਮੇਰੇ ਅੱਬੂ। ਤਾਂ ਅਸੀਂ ਦੁਆ ਸ਼ੁਆ ਕਰਾਈ ਤਾਂ ਠੀਕ ਹੈ ਬਈ। ਕਿਆ ਉਹਨੇ ਇੰਜ ਹੋਏਗਾ, ਉੱਥੇ ਤੁਹਾਡੀ ਜਿਹੜੀ ਜਗ੍ਹਾ ਹੈ ਨਾ ਉਹਦੇ ਥੱਲੇ ਬਹੁਤ ਜੇ ਤਵੀਜ਼ ਨੇ ਤੇ ਇੰਜ ਕੋਲ ਕੇ ਕਿਸੇ ਨੇ ਪਿਆ ਕੇ ਤੁਹਾਡੇ ਤੇ ਉਹਦੇ ਥੱਲੇ ਜ਼ਮੀਨ ਦੇ ਵਿੱਚ ਤੁਹਾਡੀਆਂ ਨੀਹਾਂ ਦੇ ਵਿੱਚ ਵੱਜੇ ਹੋਏ ਨੇ। ਤਾਂ ਇਹ ਗੱਲ ਉਹਨਾਂ ਕਹੀ ਤਾਂ ਮੇਰੀ ਅੰਮੀ ਤੇ ਫਿਰ ਪਰੇਸ਼ਾਨ।
ਤੇ ਅੰਮੀ ਮੇਰੀ ਮੰਨ ਗਏ ਤੇ ਕਹਿੰਦਾ 30,000 ਰੁਪਇਆ ਦਵੋ, 30,000 ਰੁਪਇਆ ਤੇ ਤਦ ਇਹ ਮੈਂ ਥੋੜਾ ਜਿਹਾ ਪਾ ਕਰਾਂਗਾ। ਅੰਮੀ ਮੇਰੀ ਗਈ, ਮੈਂ ਨਾ ਕਰ, ਅੰਮੀ ਮੇਰੀ ਗਈ ਤੇ ਜਾ ਕੇ ਬੈਂਕ ਚੋਂ 30,000 ਰੁਪਇਆ ਕਢਾ ਕੇ ਤੇ ਉਹਨੂੰ ਦੇ ਦਿੱਤਾ। ਤਾਂ ਜਦੋਂ ਮੈਂ ਘਰ ਆਈ ਮੈਂ ਤੇ ਪਿੱਟਣ ਪੈ ਗਏ। 30,000 ਲੈ ਕੇ ਨਿਕਲ ਗਿਆ, ਤੂੰ ਲੈ ਕੇ ਨਿਕਲ ਗਿਆ ਤਾਂ ਇੱਥੇ ਨਾ ਰੁਕਿਆ। ਹਾਂ ਫਿਰ ਆ ਗਿਆ। ਮਾਂ ਮੇਰੀ ਨੂੰ ਕੀ ਪਤਾ, ਉਹ ਤੇ ਚੱਲੀ ਹੋਈ ਪਈ ਸੀ। ਬੱਚੇ ਵੀ ਇੰਜ ਬਿਮਾਰ ਹੋਏ ਕਿ ਇਹਦੇ ਪਿਓ ਨੂੰ ਕੀ ਹੋ ਗਿਆ। ਤਾਂ ਇਸੇ ਤਰ੍ਹਾਂ ਮੇਰੀ ਵੱਡੀ ਬਾਜੀ ਛਦੈਣ ਪਿਆਰ ਦੇ ਵਿੱਚ ਕਰਨੀ, ਉਹਨੂੰ ਕੁਝ ਨਹੀਂ ਦਿਸਦਾ। ਮੈਨੂੰ ਪਿਆਰ ਹੈ, ਮੈਨੂੰ ਨਹੀਂ ਪਿਆਰ ਹੈ। ਗੱਲ ਸੁਣ ਮੇਰੀ, ਘਰਦਿਆਂ ਜੀਆਂ ਦਾ ਮੁਤਾਰਫ ਨਾ ਕਰਾ, ਉਹ ਦੱਸ ਉਹੀ ਤਾਂ ਸੱਲ ਲੱਗਿਆ ਨਾ। ਏਡੀ ਲੰਮੀ ਗੱਲ ਕਿਉਂ ਕਰਦੀ ਹੈ? ਸੁਣਦੇ ਨੇ ਤਾਂ ਉਹਨੇ ਕੀ ਕੀਤਾ, ਉਹਨਾਂ ਨੇ ਉਹਨੂੰ ਪਤਾ ਲੱਗ ਗਿਆ ਕਿ ਇਹ ਦੋ ਬੰਦੇ ਸੁਣਨ ਵਾਲੇ ਨੇ। ਕੱਲ ਦੱਸਣ ਦਾ ਮਕਸਦ, ਕਰੈਕਟਰ ਜ਼ਿਆਦਾ ਦੱਸਣ ਦਾ ਮਕਸਦ ਇਹ ਸੀ ਕਿ ਉਹਨੂੰ ਪਤਾ ਲੱਗ ਗਿਆ ਕਿ ਇਹ ਦੋ ਬੰਦੇ ਜਿਹੜੇ ਨਾ ਇਹ ਸਾਡੀ ਸੁਣਨਗੇ। ਤਾਂ ਉਹਨੇ ਅੰਮੀ ਨੂੰ ਤੇ ਬਾਜੀ ਨੂੰ ਬਿਠਾ ਲਿਆ ਤੇ ਨੈਟਾਂ ਦਾ ਟਾਈਮ ਸੀ। ਭੈਣਾ ਇਹ ਉਦੋਂ ਹੀ ਹਟੇਗਾ, ਤੁਸੀਂ ਇੱਕ ਬੱਕਰਾ ਦੇ ਦਿਓ ਤੇ ਬੱਕਰਾ ਲਿਓ ਸਫੇਦ ਰੰਗ ਦਾ, ਕਿਉਂਕਿ ਤੁਹਾਡੇ ਤੇ ਬਹੁਤ ਜ਼ਿਆਦਾ ਅਸਰ ਹੋ ਗਿਆ ਤੇ ਉਹਨੂੰ ਦੂਰ ਕਾਲੇ ਰੰਗ ਦਾ ਮੰਗਦੇ ਨੇ ਬੱਕਰਾ ਦੇ। ਪਾਕੀ ਕਰਨੀ ਹੈ। ਅੱਛਾ ਪਾਕੀ ਕਰਨੀ ਹੈ, ਸਾਰੇ ਪਾਵ ਕਰਨਾ ਹੈ, ਪੱਕੀਜ਼ਗੀ ਹੋਣੀ ਆ। ਤਾਂ ਉਹਦੇ ਵਾਸਤੇ ਸਫੇਦ ਸਾਫ ਸੁਥਰਾ ਬੱਕਰਾ ਤੇ ਇੰਨੇ ਕਿਲੋ ਦਾ ਹੋਣਾ ਚਾਹੀਦਾ। ਤਕਰੀਬਨ ਉਹਦੇ ਵਿੱਚ 25-30 ਕਿਲੋ ਗੋਸ਼ਤ ਹੋਏ। ਉਹ ਤੁਹਾਡਾ ਉਹ ਤੇ ਪੂਰਾ ਕੱਟਾ ਹੀ ਸੀ। ਉਹ ਤੇ ਫਿਰ ਐਡਾ ਵੱਡਾ ਕੌਣ ਲਿਆਈ, ਤੇ ਪਤਾ ਤੇ ਉਹਨੂੰ ਚੱਲ ਗਿਆ ਕਿ ਐਡਾ ਵੱਡਾ ਤਾਂ ਹੋਣਾ ਨਹੀਂ। ਤਾਂ ਮੈਨੂੰ ਕਹਿੰਦਾ ਭੈਣਾ ਅਗਰ ਨਹੀਂ ਹੋ ਸਕਦਾ ਨਾ ਤਾਂ ਕੋਈ ਗੱਲ ਨਹੀਂ, ਤੂੰ 50,000 ਰੁਪਇਆ ਦੇ ਦੇ। ਅੱਛਾ 50,000 ਰੁਪਇਆ ਮੰਗਿਆ ਨੇ ਤੇ ਤੂੰ ਮੈਂ ਉਹ ਆਪੇ ਲੈ ਲੂੰਗਾ ਤੇ ਮੈਂ ਕਰ ਲੂੰਗਾ। ਤਾਂ ਮੈਂ ਸ਼ੁਕਰ ਮਨਾ ਉਦੋਂ ਮੈਂ ਟੀਮ ਕਾਰ ਆ ਗਈ। ਅੱਛਾ ਤੇ ਅੰਮੀ ਮੁਚਮੀ ਕਹਿੰਦੀ ਚੱਲ ਮੇਰੇ ਨਾਲ ਜ਼ਰਾ ਨਾ ਬੈਂਕਾਂ ਚ। ਮੈਂ ਕਿਹਾ ਅੰਮੀ ਅੱਜ ਕੀ ਹੋਇਆ? ਕਹਿੰਦੀ ਹੈ ਉਹ ਆਇਆ, ਬਾਬਾ ਜੀ ਆਏ ਨੇ ਤੇ ਉਹਨਾਂ ਨੇ ਕਿਹਾ ਤੂੰ ਇੰਨੇ ਪੈਸੇ ਦੇਂਗਾ ਤੇ ਬਿਲਕੁਲ ਕੰਮ ਖਤਮ ਹੋ ਜਾਏਗਾ। ਅੱਛਾ ਤਾਂ ਅੰਮੀ ਮੇਰੇ ਨੇ ਫਿਰ ਮੈਂ ਰੋਕਿਆ, ਮੰਮੀ ਇਹਨੂੰ ਘਰੋਂ ਕੱਢੋ ਜਿਵੇਂ ਹੋ ਸਕਦਾ ਜੇ। ਨਹੀਂ ਮੈਂ ਕਹਿੰਦੀ ਕਿ ਇਹਨੂੰ ਧੱਕੇ ਮਾਰ ਕੇ ਕੱਢੋ, ਨਹੀਂ ਮੈਂ ਕਹਿੰਦੀ ਕੋਈ ਬਜ਼ੁਰਗ ਕੋਈ ਦੁਆ ਵਾਲਾ ਹੋਏਗਾ, ਕੋਈ ਕਿਸੇ ਦੀ ਗੱਲ, ਬਈ ਕਿਸੇ ਦੀ ਬੇਇੱਜ਼ਤੀ ਕਰਨ ਦਾ ਮੇਰਾ ਕੋਈ ਮੂਡ ਨਹੀਂ ਸੀ ਤੇ ਨਾ ਮੈਂ ਇੰਜ ਦਾ ਕੁਝ ਕੰਮ ਕਰਨਾ। ਅੰਮੀ ਨੂੰ ਮੈਂ 25,000 ਰੁਪਏ ਫੜਾਇਆ। ਮੈਂ ਕਿਹਾ ਇਹ ਫੜੋ, ਤੁਸੀਂ ਜਿੰਨੇ ਲਾਣੇ ਲਾਓ, ਲੇਕਿਨ ਇਹਨੂੰ 5,000 ਰੁਪਇਆ ਦਿਓ। ਅੱਛਾ ਇਸ ਵਾਸਤੇ ਕਿਰਾਇਆ ਪਰ ਦੂਰੋਂ ਆਇਆ ਸੀ ਨਾ, ਤਾਂ ਚਲੋ ਜੋ ਵੀ ਹੈ ਵੇ, ਨਾ ਤੇ ਕਿਸੇ ਦੀ ਬਦਦੁਆ ਲਓ, ਨਾ ਕਿਸੇ ਤੇ ਨਾ ਗੱਲ ਕਰੋ ਨਾ ਕਰੋ। ਮੈਂ ਕਿਹਾ ਮੈਨੂੰ ਕਿ ਮੇਰੇ ਕੋਲ ਅੱਜ ਇੰਨੇ ਪੈਸੇ ਨੇ, ਇਹ ਲਵੋ, ਤੇ ਜਿੱਦਾਂ ਮੇਰੇ ਕੋਲ ਪੈਸਿਆਂ ਦਾ ਰੇਂਜ ਹੋ ਜਾਏਗਾ ਨਾ ਮੈਂ ਤੁਹਾਨੂੰ ਬੁਲਾ ਲਾਂਗੀ। ਤਾਂ ਨਾ ਮੈਂ ਬੁਲਾਉਣ ਦਿੱਤਾ ਤੇ ਅੱਜ ਮੈਂ ਅਸੀਂ ਆਪੇ ਦੁਆਵਾਂ ਕੀਤੀਆਂ, ਆਪਣੇ ਫਾਦਰਾਂ ਕੋ ਕਰਾਈਆਂ, ਆਪਣੇ ਬਾਬੂ ਜੀਆਂ ਕੋ ਕਰਾਈਆਂ ਤੇ ਖੁਦ ਕੀਤੀਆਂ, ਰੋਜ਼ੇ ਰੱਖੇ। ਅੱਜ ਮੇਰਾ ਬੂ ਬਗੈਰ ਦਵਾਈ ਤੋਂ ਠੀਕ ਠਾਕ ਹੈ। ਇਹ ਝੂਠ ਕਰੂਟ ਦਾ ਰੱਬ ਤੁਹਾਡੀ ਵੀ ਨਹੀਂ ਸੁਣੇਗਾ। ਉਹ ਨਾ ਸਭ ਘਰ ਦੇ ਵਿੱਚ ਨਾ ਵੇਖ ਲੈਂਦੇ ਨੇ ਬੰਦਾ ਕਮਜ਼ੋਰ, ਹਾਂ ਵੋਕ ਬੰਦਾ ਦਿਲ ਦਾ ਕਮਜ਼ੋਰ ਕਿਹੜਾ, ਉਹਨੂੰ ਫੜ ਲੈਂਦੇ ਨੇ ਉਹਨੂੰ ਤੇ ਫਿਰ ਉਹਦੇ ਨਾਲ ਖੇਡਦੇ ਰਹਿੰਦੇ ਤੇ ਉਹਦੇ ਕੋਲੋਂ ਮਜਬੂਰ ਕਰਾਉਂਦੇ ਨੇ ਸਾਰਿਆਂ ਨੂੰ। ਸਾਡੀ ਨਫਸੀਆਤ ਨਾਲ ਖੇਡ ਕੇ ਤੇ ਸਾਡੇ ਕੋਲੋਂ ਲੁੱਟ ਕੇ ਤੇ ਲੈ ਜਾਂਦੇ ਨੇ। ਫਿਰ ਉਹ ਨਾ ਉਹ ਸਿਸਟਮ ਇੰਜ ਦਾ ਬਣਾਉਂਦੇ ਨੇ ਕਿ ਬੰਦਾ ਨਾ ਖੌਫਜ਼ਦਾ ਹੋ ਜਾਂਦਾ, ਧੱਕੇ ਨਾਲ ਖੌਫਜ਼ਦਾ ਹੋ ਜਾਂਦਾ। ਅਲਫਾਜ਼ ਇੰਜ ਦੇ ਬੋਲਣਗੇ, ਵਾਕਿਆ ਤੇ ਇੰਜ ਦੇ ਸੁਣਾਉਣਗੇ, ਚੀਜ਼ਾਂ ਤੁਹਾਨੂੰ ਇੰਜ ਦੀਆਂ ਕਰ ਕਰਕੇ ਐਕਟਿੰਗ ਕਰ ਕਰਕੇ ਅਸੀਂ ਵਿਖਾਣਗੇ ਲੁੱਟ ਕੇ ਲੈ ਜਾਂਦੇ ਨੇ। ਬੰਦੇ ਕੰਮਾਂ ਤੇ ਗਏ ਹੁੰਦੇ ਨੇ ਤੇ ਬੀਬੀਆਂ ਮਗਰ ਉਹਨਾਂ ਦੇ ਢਾਈ ਚੜ ਜਾਂਦੀਆਂ। ਸਰ ਖਤਮ ਹੋਣ ਵਾਲਾ ਹੈ, ਮੋਹਲਤ ਖਤਮ ਹੋ ਜਾਣੀ ਹੈ, ਮੁੱਕ ਚੱਲੀ ਗਈ। ਉਹ ਕੁਝ ਵੀ ਮੁੱਲਤ ਨਹੀਂ ਖਤਮ ਹੁੰਦੀ। ਇਸ ਜ਼ਿੰਦਗੀ ਦੀ ਮੁੱਲਤ ਸਿਰਫ ਇੱਕ ਹੀ ਜ਼ਾਤ ਦੇ ਕੋਲੇ, ਖੁਦਾ ਦੇ ਕੋਲੇ, ਰੱਬ ਦੇ ਕੋਲੇ ਜੋ ਵੀ ਹੈ ਉਹ ਖੁਦਾ ਸਾਰਾ ਕੁਝ ਉਹਦੇ ਕੋਲੇ, ਉਹ ਜਾਣਦਾ ਹੈ ਕਿੰਨੇ ਕੀ ਕਰਨਾ, ਖੁਦਾਦਾ ਵੀ ਹੈ ਜ਼ਿੰਦਗੀ ਤੇ ਵਧਾਉਂਦਾ ਵੀ, ਉਹਦੇ ਹੱਥ 'ਚ ਸਭ ਕੁਝ। ਤੁਸੀਂ ਡਰਿਆ ਨਾ ਕਰੋ। ਤੇ ਚਲੋ ਜੀ, ਇਹੋ ਜਿਹੇ ਲੋਕਾਂ ਦੇ ਕੋਲੋਂ ਬਚੋ ਤੇ ਇੱਕ ਦੂਸਰੇ ਨੂੰ ਵੀ ਬਚਾਓ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਲੋਕ ਸੁਣ ਲੈਣ ਤੇ ਬਚਣ। ਸ਼ੁਕਰੀਆ।